ਵੌਇਸ ਆਫ ਇੰਡੀਆ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ। ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਗਗਨ ਬਾਟਲੀ ਜੀ ਨੇ ਜੀ। ਨਮਸਕਾਰ ਖੁੰਦਰ ਜੀ। ਕੀ ਹਾਲ ਨੇ ਗਗਨ ਬਾਟਲੀ? ਬਸ ਵਧੀਆ ਜੀ, ਠੀਕ ਠਾਕ। ਤੁਸੀਂ ਦੱਸੋ ਕਿਵੇਂ ਰਿਹਾ ਵੀਕ ਜੀ? ਵੀਕ ਬਿਜ਼ੀ ਜੀ, ਐਜ਼ ਯੂਜੂਅਲ। ਜੀ ਜੀ, ਕੰਮ ਕਰਨ ਆਏ ਹਾਂ, ਕੈਨੇਡਾ 'ਚ ਕੰਮ ਕਰ ਰਹੇ ਹਾਂ। ਜੀ ਜੀ ਜੀ, ਬਿਲਕੁਲ ਜੀ। ਅਸੀਂ ਐਵਰੀ ਵੀਕ ਅਸੀਂ ਹੈਲਥ ਰਿਲੇਟਡ ਜੋ ਵੀ ਮਸਲੇ ਹੈਗੇ ਨੇ ਜਾਂ ਹੈਲਥ ਰਿਲੇਟਡ ਜੋ ਵੀ ਇਸ਼ੂਜ਼ ਹੈਗੇ ਨੇ, ਅਸੀਂ ਉਹਨਾਂ ਦੇ ਸੰਬੰਧ ਵਿੱਚ ਅਸੀਂ ਗੱਲ ਕਰਦੇ ਹਾਂ। ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈਗਾ, ਕੋਵਿਡ ਦੀ ਜਿਹੜੀ ਵੈਕਸੀਨ ਆ ਉਹ ਆ ਚੁੱਕੀ ਆ, ਲੱਗਣੀ ਵੀ ਸਟਾਰਟ ਹੋ ਚੁੱਕੀ ਆ, ਅਤੇ ਅੱਜ ਅਸੀਂ ਇਸੇ ਸੰਬੰਧ ਵਿੱਚ ਹੀ ਗੱਲ ਕਰਾਂਗੇ। ਗਗਨ ਜੀ, ਇਹ ਵੈਕਸੀਨ ਕੀ ਹੁੰਦੀ ਹੈ ਜੀ? ਲਖਵਿੰਦਰ ਜੀ, ਐਂ ਹੁੰਦਾ ਕਿ ਕੋਈ ਵੀ ਸਰੀਰ ਵਿੱਚ ਕੋਈ ਜਰਮਸ ਜਾਂ ਜਿਵੇਂ ਬੈਕਟੀਰੀਆ ਜਾਂ ਵਾਇਰਸ ਜਿਹਨੂੰ ਕਹਿੰਦੇ ਸਾਡੇ ਸਰੀਰ 'ਤੇ ਅਟੈਕ ਕਰਦਾ ਜੀ, ਅਤੇ ਸਾਡਾ ਸਰੀਰ ਉਹਦੀ ਰੈਜ਼ਿਸਟੈਂਸ ਪੈਦਾ ਕਰਦਾ ਕੋਈ ਐਂਟੀਬੋਡੀਜ਼ ਬਣਾ ਕੇ ਜੀ, ਜਿਹਦੇ ਨਾਲ ਸਾਨੂੰ ਉਹਦਾ ਕੋਈ ਜ਼ਿਆਦਾ ਬੈਡ ਇਫੈਕਟ ਆ ਉਹ ਨਹੀਂ ਪੈਂਦਾ ਜੀ ਜੀ। ਪਰ ਉਹ ਚੀਜ਼ਾਂ ਕਈ ਵਾਰ ਇਹੋ ਜਿਹੀਆਂ ਹੁੰਦੀਆਂ ਕਿ ਸਾਨੂੰ ਕਿਸੇ ਬਾਹਰ ਦੇ ਏਜੰਟ ਦੀ ਜ਼ਰੂਰਤ ਪੈਂਦੀ ਹੈ ਜੋ ਸਾਡੇ ਸਰੀਰ ਨੂੰ ਲੌਂਗ ਟਰਮ ਤੱਕ ਬਚਾ ਕੇ ਰੱਖੇ ਇਹਨਾਂ ਬਿਮਾਰੀਆਂ ਤੋਂ ਜੀ ਜੀ। ਵੈਕਸੀਨਸ ਉਹੀ ਹੁੰਦੀਆਂ ਨੇ, ਇੱਕ ਤਰ੍ਹਾਂ ਦੀ ਤੁਸੀਂ ਕਹਿ ਲਓ ਕਿ ਵਾਇਰਸ ਜਾਂ ਬੈਕਟੀਰੀਆ ਦੀ ਹੀ ਬਣੀਆਂ ਹੁੰਦੀਆਂ ਨੇ ਜੀ, ਜਿਹਨੂੰ ਮੋਡੀਫਾਈਡ ਕਰਕੇ ਜਾਂ ਡੈਡ ਵਾਇਰਸ ਨੂੰ ਸਾਡੇ ਸਰੀਰ ਵਿੱਚ ਪਾ ਕੇ ਇੱਕ ਇਮਿਊਨਿਟੀ ਬਿਲਡ ਕੀਤੀ ਜਾਂਦੀ ਹੈ, ਤਾਂ ਕਿ ਜਦੋਂ ਦੁਬਾਰਾ ਕਦੀ ਉਹ ਵਾਇਰਸ ਸਾਡੇ 'ਤੇ ਅਟੈਕ ਕਰੇ ਜੀ ਤੇ ਸਾਨੂੰ ਉਹਦਾ ਕੋਈ ਅਸਰ ਨਾ ਲੱਗੇ, ਸਾਡਾ ਸਰੀਰ ਜਿਹੜਾ ਹੈਗਾ ਕੋਈ ਬਿਮਾਰੀ ਤੋਂ ਬਚਿਆ ਰਹੇ ਜੀ। ਇਹ ਕੀ ਜਿਸ ਤਰ੍ਹਾਂ ਵੈਕਸੀਨ ਤੁਸੀਂ ਦੱਸ ਰਹੇ ਹੋ ਵੀ ਇੰਜੈਕਟ ਕੀਤੀ ਜਾਂਦੀ ਹੈ, ਇਹ ਆਪਣੇ ਆਪ ਹੀ ਐਕਟਿਵ ਹੋ ਜਾਂਦੇ ਨੇ ਜਦੋਂ ਕੋਈ ਉਹਦੇ? ਲਖਵਿੰਦਰ ਜੀ, ਐਂ ਹੁੰਦਾ ਕਿ ਜਿਵੇਂ ਐਕਚੁਅਲੀ ਇਹਦੇ ਕਾਫੀ ਪ੍ਰੋਸੈਸ ਹੁੰਦੇ ਨੇ ਜਿਹੜੇ ਪ੍ਰੋਸੈਸ ਦੇ ਥਰੂ ਵੈਕਸੀਨਸ ਬਣਦੀਆਂ ਨੇ ਜੀ ਜੀ। ਉਹਨਾਂ 'ਚ ਇੱਕ ਹੁੰਦਾ ਕਿ ਇਹ ਜਿਵੇਂ ਕਿ ਲਾਈਵ ਜਿਹੜਾ ਕਿ ਜ਼ਿੰਦਾ ਵਾਇਰਸ ਹੁੰਦਾ ਜੀ, ਉਹਦੀ ਜਿਹੜੀ ਸ਼ਮਤਾ ਹੁੰਦੀ ਹੈ ਸਾਨੂੰ ਬਿਮਾਰ ਕਰਨ ਦੀ ਜੀ, ਉਹਨੂੰ ਕੱਢ ਦਿੰਦੇ ਨੇ ਤੇ ਉਸ ਵਾਇਰਸ ਨੂੰ ਸਾਡੇ ਸਰੀਰ 'ਚ ਪਾ ਦਿੰਦੇ ਨੇ ਇੰਜੈਕਸ਼ਨ ਦੇ ਰਾਹੀਂ ਜੀ। ਤੇ ਉਹ ਵਾਇਰਸ ਕੀ ਕਰਦਾ ਕਿ ਜਦੋਂ ਸਾਡੇ ਵਾਇਰਸ ਸਾਡੇ ਸਰੀਰ 'ਚ ਜਾਂਦਾ ਹੈ, ਜਿਹੜੀ ਸਾਡੇ ਬੋਡੀ ਦਾ ਇਮਿਊਨ ਰਿਸਪੌਂਸ ਹੁੰਦਾ ਹੈ, ਜੇ ਇਮਿਊਨਿਟੀ ਕਹਿੰਦੇ ਨੇ, ਉਹ ਵਧਾਉਣ 'ਚ ਹੈਲਪ ਕਰਦਾ। ਉਹ ਕਿਵੇਂ ਕਿ ਜਿਹੜੇ ਸਾਡੇ ਸੈਲਸ ਹੁੰਦੇ ਨੇ ਜੀ ਜੀ, ਉਹ ਆਪਣੀ ਕੁਝ ਐਂਟੀਬੋਡੀਜ਼ ਬਣਾਉਂਦੇ ਨੇ ਉਸ ਵਾਇਰਸ ਦੇ ਅਗੇਂਸਟ, ਤੇ ਤਾਂ ਕਿ ਉਹ ਵਾਇਰਸ ਨੂੰ ਨਿਊਟਰਲਾਈਜ਼ ਕਰ ਸਕਣ, ਮਾਰ ਸਕਣ ਜੀ। ਤੇ ਉਹ ਜਿਹੜੀ ਇਮਿਊਨਿਟੀ ਹੁੰਦੀ ਹੈ ਸਾਡੀ ਬੋਡੀ 'ਚ ਸਟੋਰ ਕਰ ਲੈਂਦੇ, ਸੈਲਸ ਦੀ ਇੱਕ ਮੈਮਰੀ ਹੁੰਦੀ ਹੈ ਉਹਦੇ ਵਿੱਚ ਸਟੋਰ ਕਰ ਲੈਂਦੇ ਨੇ ਕਿ ਤਾਂ ਕਿ ਆਉਣ ਵਾਲੇ ਟਾਈਮ 'ਚ ਜਦੋਂ ਵੀ ਇਹੋ ਜਿਹਾ ਕੁਝ ਵਾਇਰਸ ਦੁਬਾਰਾ ਸਾਡੇ ਸਰੀਰ 'ਤੇ ਅਟੈਕ ਕਰੇਗਾ ਤੇ ਉਹਨੂੰ ਸਾਡੇ ਸਰੀਰ ਜਿਹੜਾ ਸਾਡੀ ਬੋਡੀ ਹੈ ਪਹਿਲਾਂ ਹੀ ਪ੍ਰੀਪੇਅਰ ਹੋਏਗੀ, ਉਹਦੇ ਕੋਲ ਪਹਿਲਾਂ ਹੀ ਐਂਟੀਬੋਡੀਜ਼ ਬਣੀਆਂ ਹੋਣਗੀਆਂ ਕਿ ਜਿਹੜੀਆਂ ਉਸ ਬੈਕਟੀਰੀਆ ਜਾਂ ਵਾਇਰਸ ਦੇ ਜੋ ਸਾਈਡ ਇਫੈਕਟ ਹੋਣਗੇ ਜੀ, ਉਹਨਾਂ ਤੇ ਸਾਨੂੰ ਇਫੈਕਟ ਨਹੀਂ ਕਰਨ ਦੇਣਗੇ, ਅਸੀਂ ਬਿਮਾਰ ਨਹੀਂ ਪਾਵਾਂਗੇ ਜੀ। ਜਿਹੜੀਆਂ ਵੈਕਸੀਨਸ ਬਣਦੀਆਂ ਨੇ ਜੀ, ਇਹਨੂੰ ਕਿੰਨਾ ਟਾਈਮ ਲੱਗਦਾ ਹੈਗਾ ਵੈਕਸੀਨ ਬਣਨ ਨੂੰ, ਤੇ ਇਹਦੇ ਉੱਤੇ ਜਿਹੜੇ ਤਜਰਬੇ ਵਗੈਰਾ ਹੁੰਦੇ ਨੇ? ਮੈਂ ਉਹੀ, ਤੁਹਾਡਾ ਬੜਾ ਵਧੀਆ ਕੁਐਸਚਨ ਹੈ, ਕਿਉਂਕਿ ਅੱਜ ਕੱਲ੍ਹ ਦੇ ਨਾ ਮੈਂ ਜੋ ਅਸੀਂ ਰਿਅਲਾਈਜ਼ ਕੀਤਾ ਕਿ ਲੋਕਾਂ 'ਚ ਬਹੁਤ ਜ਼ਿਆਦਾ ਇਸ ਚੀਜ਼ ਦਾ ਫਰਕ ਹੈਗਾ ਕਿ ਬਹੁਤ ਮਤਲਬ ਲੋਕੀ ਕਹਿ ਲਓ ਕਿ ਕਨਫਿਊਜ਼ ਹੈਗੇ ਨੇ ਕਿ ਜਿਹੜੀਆਂ ਵੈਕਸੀਨਸ ਨੂੰ ਵੈਸੇ ਬਣਨ ਨੂੰ ਲਿਖਣ ਦਾ ਜੀ ਕੋਈ ਟਾਈਮ ਪੀਰੀਅਡ ਨਹੀਂ ਹੈਗਾ ਜੀ, ਬਟ ਇੱਕ ਨੋਰਮਲ ਵੀ ਦੇਖਿਆ ਜੋ ਅਸੀਂ ਪਹਿਲਾਂ ਦੇਖਿਆ ਹੈ ਕਿ ਜਿੰਨੀਆਂ ਵੈਕਸੀਨ ਅਜੇ ਤੱਕ ਆਈਆਂ, ਕਿਸੇ ਨੂੰ 5 ਸਾਲ ਲੱਗੇ ਨੇ, ਕਿਸੇ ਨੂੰ 10 ਸਾਲ, ਕਿਸੇ ਨੂੰ 20 ਸਾਲ, ਤੇ ਕੁਝ ਵੈਕਸੀਨਸ ਤੇ ਇਹੋ ਜਿਹੀਆਂ ਜਿਹੜੀਆਂ ਹਜੇ ਤੱਕ 20 25 30 ਸਾਲ ਤੋਂ ਟਰਾਇਲ ਚੱਲ ਰਹੇ ਨੇ ਜੀ ਜੀ ਜੀ। ਤੇ ਕੁਐਸਚਨ ਇਹ ਉੱਠਦਾ ਸੀਗਾ ਕਿ ਜੀ ਤੁਸੀਂ ਜਿਹੜੀ ਕੋਵਿਡ ਦੀ ਵੈਕਸੀਨ ਉਹ ਤੇ ਮੇਰੇ ਖਿਆਲ ਸਾਲ ਸਵਾ ਸਾਲ ਦੇ ਅੰਦਰ ਹੀ ਕੱਢ ਕੇ ਸਾਡੇ ਸਾਹਮਣੇ ਲਿਆਤੇ ਤੇ ਲੋਕਾਂ ਨੂੰ ਲੱਗਣੀ ਵੀ ਸ਼ੁਰੂ ਹੋ ਗਈ। ਬਿਲਕੁਲ ਜੀ, ਕੁਝ ਕੰਟਰੀਆਂ ਨੇ ਤਾਂ ਜੀ ਇਹ ਆਫਟਰ 2-3 ਮਹੀਨੇ ਬਾਅਦ ਹੀ ਕਹਿਣਾ ਸਟਾਰਟ ਕਰ ਦਿੱਤਾ ਵੀ ਸਾਡੀ ਤਿਆਰ ਆ, ਹਾਂ ਬਿਲਕੁਲ ਸਾਡੀ ਫਾਈਨਲ ਸਟੇਜ ਤੇ ਆ। ਕੋਈ ਮਤਲਬ ਕੀ ਇਹ ਜਿਸ ਤਰ੍ਹਾਂ ਟਾਈਮ ਬਹੁਤ ਫਾਸਟ ਚੱਲ ਰਿਹਾ, ਕਿ ਵੈਕਸੀਨ ਬਣਾਉਣ ਦਾ ਪ੍ਰੋਸੈਸ ਵੀ ਫਾਸਟ ਹੈ? ਲਖਵਿੰਦਰ ਜੀ, ਬਿਲਕੁਲ ਫਾਸਟ ਹੈ। ਐਕਚੁਅਲੀ ਕੀ ਹੁੰਦਾ ਕਿ ਜਦੋਂ ਵੀ ਵੈਕਸੀਨ ਬਣਦੀ ਹੈ ਤਾਂ 4 ਤਰ੍ਹਾਂ ਦੇ ਫੇਸ ਹੁੰਦੇ ਨੇ ਜੀ। ਇੱਕ ਹੁੰਦਾ ਟਰਾਇਲਸ ਦਾ ਫੇਸ ਜੀ। ਟਰਾਇਲ ਦਾ ਫੇਸ ਕੀ ਹੁੰਦਾ? ਇੱਕ ਹੁੰਦਾ ਪ੍ਰੀ ਕਲੀਨਿਕਲ ਟਰਾਇਲ, ਉਸ ਤੋਂ ਬਾਅਦ 3 ਫੇਸ 'ਚ ਜਿਹੜੀ ਹੈਗੀ ਹੈ ਵੈਕਸੀਨ ਦੇ ਟਰਾਇਲ ਹੁੰਦੇ ਨੇ ਜੀ, ਹਿਊਮਨਸ ਦੇ ਉੱਤੇ। ਪਹਿਲਾਂ ਮਤਲਬ ਛੋਟੇ ਜਿਹੇ ਗਰੁੱਪ ਤੇ ਹੁੰਦੇ ਨੇ, ਫਿਰ ਵੱਡਾ ਗਰੁੱਪ, ਫਿਰ ਉਸ ਤੋਂ ਵੱਡਾ ਗਰੁੱਪ ਜੀ, ਤਾਂ ਕਿ ਸਾਨੂੰ ਪਤਾ ਚੱਲੇ ਕਿ ਕੁਝ ਗਰੁੱਪਸ ਤੇ ਕੀ ਉਹਨਾਂ ਦਾ ਫਰਕ ਪਿਆ, ਤੇ ਕੀ ਐਡਵਾਂਟੇਜ ਹੈ, ਕੀ ਡਿਸਐਡਵਾਂਟੇਜ ਹੈ, ਤੇ ਕੀ ਉਹਦਾ ਸਾਨੂੰ ਕੋਈ ਸਾਈਡ ਇਫੈਕਟ ਹੋਇਆ ਜੀ। ਕੋਵਿਡ ਦੇ ਵੈਕਸੀਨਸ 'ਚ ਕੀ ਹੋਇਆ ਕਿ ਜੀ ਇਹਨਾਂ ਨੇ ਕੀ ਕੀਤਾ ਕਿ ਜਿੰਨੇ ਟਰਾਇਲ ਸੀਗੇ ਸਾਰੇ ਕੰਬਾਈਨ ਕਰਤੇ ਜੀ। ਹੁੰਦਾ ਐਕਚੁਅਲੀ ਇਹ ਹੈਗਾ ਕਿ ਜਦੋਂ ਪ੍ਰੀ ਕਲੀਨਿਕਲ ਟਰਾਇਲਸ ਖਤਮ ਹੁੰਦੇ ਨੇ, ਫਿਰ ਸਾਇੰਟਿਸਟ ਜਾਂ ਜੋ ਵੀ ਬੰਦੇ ਕੰਪਨੀਆਂ ਕੰਮ ਕਰ ਰਹੀਆਂ ਉਹਨਾਂ ਤੇ, ਉਹ ਫਿਰ ਉਹ ਡਾਟਾ ਸਾਨੂੰ ਐਨਾਲਿਸਿਸ ਕਰਦੀਆਂ ਕਿ ਸਾਰਾ ਡਾਟਾ ਦੇਖਦੀਆਂ ਕਿ ਸਾਨੂੰ ਕਿੱਥੇ ਕੀ ਘਾਟ ਰਹਿ ਗਈ, ਉਹਨੂੰ ਕਿਵੇਂ ਪੂਰਾ ਕਰਨਾ। ਫਿਰ ਗਰੁੱਪ ਆਫ ਪੀਪਲ ਵੋਲੰਟੀਅਰਸ ਨੂੰ ਲੱਭਦੇ ਨੇ ਜੀ, ਉਹਨਾਂ ਨੂੰ ਸਾਈਨ ਅਪ ਕਰਦੇ ਨੇ ਕਿ ਉਹਨਾਂ ਦੇ ਟਰਾਇਲ ਹੋਣਗੇ, ਫਿਰ ਉਹਨਾਂ ਦਾ ਡਾਟਾ ਕੰਬਾਈਨ ਹੁੰਦਾ, ਫਿਰ ਸੈਕਿੰਡ ਫੇਜ਼ ਤੇ ਥਰਡ ਫੇਜ਼ ਤੱਕ 3 ਫੇਜ਼ ਚੱਲਦੇ ਨੇ। ਕੋਵਿਡ ਦੇ ਟਾਈਮ ਕੀ ਹੋਇਆ ਕਿ ਉਹਨਾਂ ਨੇ, ਕਿਉਂਕਿ ਇਟਸ ਅ ਪੈਂਡੈਮਿਕ, ਪੈਂਡੈਮਿਕ ਇਹ ਹੁੰਦਾ ਕਿ ਜਦੋਂ ਕੋਈ ਬਿਮਾਰੀ ਪੂਰੀ ਦੁਨੀਆ 'ਚ ਫੈਲ ਜਾਏ, ਉਹ ਪੈਂਡੈਮਿਕ ਹੁੰਦੀ ਹੈ ਜੀ ਜੀ ਜੀ। ਇਹਨਾਂ ਨੇ ਕੀ ਕੀਤਾ ਕਿ ਜਿੰਨੇ ਪ੍ਰੀ ਟਰਾਇਲ ਸੀਗੇ ਸਾਰਿਆਂ ਨੂੰ ਕੰਬਾਈਨ ਕਰਤਾ ਕਿ ਹਜੇ ਤੁਹਾਡਾ ਇੱਕ ਟਰਾਇਲ ਖਤਮ ਨਹੀਂ ਹੋਇਆ ਤਾਂ ਉਹਨੇ ਸੈਕਿੰਡ ਟਰਾਇਲ ਨਾਲ ਸਟਾਰਟ ਕਰਤਾ। ਉਹਦੇ ਮਤਲਬ
ਕਹਿਣ ਦਾ ਭਾਵ ਉਹਦੇ ਰਿਜ਼ਲਟਾਂ ਦੀ ਵੇਟ ਨਹੀਂ ਕੀਤੀ, ਰਿਜ਼ਲਟਾਂ ਦੀ ਵੇਟ ਉਹਨਾਂ ਨੇ ਐਕਚੁਅਲੀ ਦੇਖ ਲਿਆ ਕਿ ਜੀ 100 ਬੰਦਿਆਂ 'ਚ ਕੀਤੀ ਹੈਗੀ ਹੈ ਤੇ 40 'ਚ ਉਹਨਾਂ ਦੇ ਅੱਛਾ ਇਫੈਕਟ ਆਉਣੇ ਸ਼ੁਰੂ ਹੋ ਗਏ ਤੇ ਨਾਲ ਦੀ ਨਾਲ ਦੂਜਾ ਟ੍ਰਾਇਲ ਸ਼ੁਰੂ ਕਰ ਦਿਓ। ਜੀ ਜੀ। ਦੂਜੀ ਗੱਲ ਇਹ ਹੁੰਦੀ ਸੀ ਕਿ ਉਹਨਾਂ ਦੀ ਫੰਡਸ ਦੀ ਅਵੇਲੇਬਿਲਿਟੀ ਦੀ ਗੱਲ ਹੁੰਦੀ ਹੈ, ਕਿਉਂਕਿ ਤੁਸੀਂ ਦੇਖਦੇ ਹੋ ਕਿ ਜਿਵੇਂ ਕਿਸੇ ਵੀ ਦਿਸ ਇਜ਼ ਵੈਰੀ ਐਕਸਪੈਂਸਿਵ, ਬਹੁਤ ਜ਼ਿਆਦਾ ਮਹਿੰਗੇ, ਬਹੁਤ ਪੈਸਾ ਚਾਹੀਦਾ ਇਹਨਾਂ ਚੀਜ਼ਾਂ ਨੂੰ, ਤੇ ਹੁਣ ਕਿੰਨੀਆਂ ਫਾਊਂਡੇਸ਼ਨਸ ਪੂਰੇ ਆਲ ਓਵਰ ਵਰਲਡ ਦੀਆਂ ਫਾਊਂਡੇਸ਼ਨਸ ਅੱਗੇ ਆਈਆਂ, ਗਵਰਨਮੈਂਟਸ ਅੱਗੇ ਆਈਆਂ ਕਿ ਅਸੀਂ ਜਿਹੜੇ ਹੈਗੇ ਪੈਸੇ ਦੇਵਾਂਗੇ, ਪੈਸੇ ਦੇ ਘਾਟ ਕਰਕੇ ਟ੍ਰਾਇਲ ਨਹੀਂ ਰੁਕਣੇ ਚਾਹੀਦੇ। ਜੀ ਜੀ। ਇਹ ਤਾਂ ਉਹਨਾਂ ਨੇ ਪੈਸੇ ਦੀ ਘਾਟ ਪੂਰੀ ਕਰਤੀ ਤੇ ਕੋਈ ਮਤਲਬ ਇਸ ਟ੍ਰਾਇਲ ਨੂੰ ਅੱਗੇ ਵਧਣ 'ਚ ਕੋਈ ਪ੍ਰੋਬਲਮ ਨਹੀਂ ਆਈ। ਤੀਜੇ ਹੁੰਦੇ ਨੰਬਰ ਆਫ ਵੋਲੰਟੀਅਰਸ, ਜਿੰਨੇ ਵੋਲੰਟੀਅਰ ਸਾਨੂੰ ਚਾਹੀਦੇ ਹੋਏ ਨੇ, ਕਾਫੀ ਲੋਕ ਅੱਗੇ ਆਏ, ਕਾਫੀ ਲੋਕਾਂ ਨੂੰ ਅੱਗੇ ਲਿਆਂਦਾ ਗਿਆ ਕਿ ਜੀ ਤੁਹਾਡੇ ਤੇ ਅਸੀਂ ਟ੍ਰਾਇਲ ਕਰਨੀ ਹੈਗੀ ਹੈ। ਤੇ ਉਸ ਕਰਕੇ ਇਹਨਾਂ ਨੇ ਕੀ ਕੀਤਾ ਕਿ ਜੋ ਕੰਮ 2 ਸਾਲ 3 ਸਾਲ 'ਚ ਹੋਣਾ ਸੀਗਾ ਉਹਨਾਂ ਨੂੰ ਕੰਪੈਕਟ ਕਰਕੇ 6 ਮਹੀਨੇ 8 ਮਹੀਨੇ 'ਚ ਕਰਕੇ ਪਰਾ ਮਾਰਿਆ। ਜੀ ਜੀ। ਤੇ ਦੂਜਾ ਹੁੰਦਾ ਕਿ ਐਪੀਡੈਮੋਲੋਜੀ, ਮਤਲਬ ਉਸ ਟ੍ਰਾਇਲ ਦਾ ਰਿਜ਼ਲਟ ਕੀ ਨਿਕਲਿਆ। ਜੀ ਹੁਣ ਦੇਖੋ ਇਹਦੇ 'ਚ ਗੱਲ ਇਹ ਹੈਗੀ ਹੈ ਕਿ ਹਜੇ ਵੀ ਅਸੀਂ ਸਟਿਲ ਆਪਾਂ ਜਿਵੇਂ ਕਹਿੰਦੇ ਜਿਹੜੀਆਂ ਵੈਕਸੀਨਸ ਆਈਆਂ 90% ਸਕਸੈਸ ਰੇਟ ਹੈ, 94% ਸਕਸੈਸ ਰੇਟ ਹੈ। ਹੁਣ ਹਜੇ ਵੀ ਉਹਦੇ ਤੇ ਇੱਕ ਕੰਟਰੋਵਰਸੀ ਹਜੇ ਵੀ ਚੱਲ ਰਹੀ ਹੈ ਕਿਉਂਕਿ ਜਿੰਨੇ ਕੁ ਸਬਜੈਕਟਸ ਦੇ ਉੱਤੇ ਟ੍ਰਾਇਲ ਹੋਣੀ ਚਾਹੀਦੀ ਹੈ ਉਹ ਹੋਈ ਕਿ ਨਹੀਂ ਹੋਈ ਜਾਂ ਕਿੰਨਾ ਉਹਦਾ ਸਕਸੈਸ ਰੇਟ ਆਇਆ ਹੈ, ਇਹ ਉਹਦੇ ਤੇ ਡਿਪੈਂਡ ਕਰਦਾ ਹੈ। ਜੀ ਜੀ। ਤੇ ਉਹ ਉਸੇ ਹਜੇ ਵੀ ਕਈ ਜਗ੍ਹਾ ਤੇ ਤੁਸੀਂ ਦੇਖੋਗੇ ਕਿ ਜਿੰਨੀਆਂ ਆਪਾਂ ਨੂੰ ਵੈਕਸੀਨ ਲੱਗਣੀ ਸ਼ੁਰੂ ਹੋ ਗਈਆਂ, ਹਜੇ ਵੀ ਸਾਇੰਟਿਸਟ ਇੱਕ ਡਾਇਲਮਾ 'ਚ ਨੇ, ਇੱਕ ਸੋਚ ਰਹੇ ਨੇ ਕਿ ਹਜੇ ਜਿਹਨਾਂ ਲੋਕਾਂ ਨੂੰ ਵੈਕਸੀਨਸ ਲੱਗੀਆਂ ਉਹਨਾਂ ਦਾ ਰਿਜ਼ਲਟ ਕੀ ਆਉਣਾ ਹੈ। ਜੀ ਜੀ। ਹਜੇ ਵੀ ਉਹਨਾਂ ਸਟੱਡੀ ਚੱਲ ਹੀ ਰਹੀ ਹੈ। ਜੀ ਜੀ। ਇਹ ਫਿਰ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀਗਾ ਜੀ, ਕਿਉਂਕਿ ਵੈਕਸੀਨੇਸ਼ਨ ਹੁਣ ਤਾਂ ਮਤਲਬ ਕਾਫੀ ਫਾਸਟ ਹੈਗਾ, ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਆਪਾਂ ਛੋਟੇ ਹੁੰਦੇ ਸੀ ਟੀਕਾ ਕਰਦੇ ਸੀ, ਟੀਕਾਕਰਨ ਬੋਲਦੇ ਸੀ, ਲੋਦੇ ਬੋਲਦੇ ਸੀ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਜੀ, ਪਿੰਡਾਂ ਦੇ ਵਿੱਚ ਜਾ ਕੇ ਲਾਏ ਜਾਂਦੇ ਸੀ। ਉਸ ਟਾਈਮ ਜਿਹੜੀਆਂ ਸਿਰਿੰਜ ਵਗੈਰਾ ਸੀ ਉਹ ਦੇਖੋ ਕੰਚ ਵਗੈਰਾ ਦੀ ਹੁੰਦੀਆਂ ਸੀਗੀਆਂ ਜੀ, ਉਹਨਾਂ ਨੂੰ ਬੋਇਲ ਕੀਤਾ ਜਾਂਦਾ ਸੀ ਕਿਉਂਕਿ ਉਸ ਟਾਈਮ ਕੋਈ ਉਹਨਾਂ ਨੂੰ ਕਰਨ ਦੀ ਉਹ ਨਹੀਂ, ਕੋਈ ਕੈਮੀਕਲ ਨਹੀਂ ਸੀਗਾ ਜਾਂ ਜਿਹੜਾ ਉਹਨੂੰ ਡਿਸਇਨਫੈਕਟ ਕਰ ਸਕੇ। ਤੇ ਅੱਜ ਕੱਲ ਫਿਰ ਜਿਹੜੇ ਇਹ ਲਿਖਦੇ ਜੀ ਗੱਲ ਇਹ ਹੁੰਦੀ ਹੈ ਕਿ ਮਤਲਬ ਹਰ ਇੱਕ ਇਹ ਚੀਜ਼ ਹੁੰਦੀ ਹੈ ਕਿ ਜਿਹਨੂੰ ਕਹਿੰਦੇ ਆਪਾਂ ਤਰੱਕੀ ਕਰਨਾ ਹੈ, ਐਵੋਲੂਸ਼ਨ। ਜਦੋਂ ਅਸੀਂ ਛੋਟੇ ਹੁੰਦੇ ਸੀ ਸਾਨੂੰ ਸਿਰਿੰਜ ਲੱਗਦੀ ਸੀਗੀ ਸ਼ੀਸ਼ੇ ਵਾਲੀ, ਇੱਕੋ ਹੀ ਸਿਰਿੰਜ ਹੁੰਦੀ ਸੀਗੀ ਤੇ ਇੱਕੋ ਹੀ ਸੂਈ ਹੁੰਦੀ ਸੀ, ਉਹਨੂੰ ਗਰਮ ਪਾਣੀ 'ਚ ਉਬਾਲ ਕੇ ਕਰਦੇ ਸੀ ਕਿਉਂਕਿ ਉਸ ਟਾਈਮ ਰਿਸੋਰਸਿਸ ਵੀ ਨਹੀਂ ਹੁੰਦੇ ਸੀਗੇ। ਫਿਰ ਜਦੋਂ ਮਤਲਬ ਇੱਕ ਕਹਿੰਦੇ ਨੇ ਬਿਮਾਰੀਆਂ ਵੱਧਦੀਆਂ ਉਹਦੇ ਤੇ ਰਿਸਰਚ ਵੱਧਦੀ ਹੈ ਤੇ ਸਾਡੇ ਕੋਲ ਰਿਸੋਰਸਿਸ ਵੱਧਦੇ ਨੇ, ਤੇ ਦੇਖਦੇ ਕਿ ਜੀ ਇਹਦੀ ਜਗ੍ਹਾ ਤੇ ਚੀਜ਼ ਵਰਤੋਂ ਬੈਟਰ ਰਿਜ਼ਲਟਸ ਆਉਣਗੇ। ਤੇ ਉਹਨਾਂ ਨੇ ਦੇਖਿਆ ਕਿ ਜੀ ਸ਼ੀਸ਼ੇ ਦੀ ਸਿਰਿੰਜ ਨਾਲੋਂ ਤੁਸੀਂ ਪਲਾਸਟਿਕ ਦੀ ਵਰਤੋਂ ਤਾਂ ਇੱਕ ਤੇ ਕਨਵੀਨੀਅੰਟ ਹੈ, ਸਸਤੀ ਪੈਂਦੀ ਹੈ ਤੇ ਇਹ 'ਚ ਇਨਫੈਕਸ਼ਨ ਹੋਣ ਦਾ ਖਤਰਾ ਘੱਟ ਹੈਗਾ। ਨਹੀਂ ਨਾਲੇ ਕਹਿੰਦੇ ਪਲਾਸਟਿਕ ਯੂਜ਼ ਮਤਲਬ ਸਿਹਤ ਲਈ ਚੰਗੀ ਨਹੀਂ ਹੁੰਦੀ। ਬਿਲਕੁਲ ਠੀਕ ਹੈ ਜੀ, ਬਟ ਇਹ ਹੁੰਦੇ ਕਿ ਜਿਹੜੇ ਇਹ ਮੋਡੀਫਾਈਡ ਪਲਾਸਟਿਕਸ ਹੁੰਦੇ ਨੇ, ਪਲਾਸਟਿਕ ਵੀ ਇੱਕ ਤਰ੍ਹਾਂ ਦਾ ਲਿਖਿਆ ਹੁੰਦਾ ਜੀ, ਹਜ਼ਾਰਾਂ ਤਰ੍ਹਾਂ ਦੇ ਪਲਾਸਟਿਕ ਨੇ। ਇਹ ਜਿਹੜੇ ਹੁੰਦੇ ਨੇ ਇਹ ਮੈਡੀਕਲੀ ਗ੍ਰੇਡਡ ਅਪਰੂਵਡ ਪਲਾਸਟਿਕਸ ਹੁੰਦੇ ਨੇ ਜਿਨ੍ਹਾਂ ਦਾ ਸਾਡੇ ਕੋਈ ਸਰੀਰ ਤੇ ਕੋਈ ਸਾਈਡ ਇਫੈਕਟ ਨਹੀਂ ਹੈਗਾ। ਨਾਲ ਗੱਲ ਇਹ ਕਿ ਤੁਸੀਂ ਜਦੋਂ ਸਿਰਿੰਜ ਕਿਸੇ ਨੂੰ ਇੰਜੈਕਸ਼ਨ ਲਗਾਉਣਾ ਹੈਗਾ ਤਾਂ ਦੈਟਸ ਅ ਫ੍ਰੈਕਸ਼ਨ ਆਫ 5 ਮਿੰਟ 'ਚ ਤੇ ਇੰਜੈਕਸ਼ਨ ਰਹਿਣਾ ਉਹਦੇ 'ਚ ਦਵਾਈ ਤੇ ਸਾਡੇ ਸਰੀਰ 'ਚ ਇੰਜੈਕਟ ਹੋ ਜਾਣੀ ਹੈ ਤੇ ਪੂਰੀ ਸਟਰਲਾਈਜ਼ ਹੁੰਦੇ ਨੇ ਤੇ ਉਹਦੇ 'ਚ ਕੋਈ ਇਨਫੈਕਸ਼ਨ ਨਹੀਂ, ਕੋਈ ਬੈਕਟੀਰੀਆ ਵਾਇਰਸ ਦਾ ਕੋਈ ਖਤਰਾ ਨਹੀਂ ਰਹਿੰਦਾ ਉਹਦੇ। ਜੀ ਜੀ ਜੀ। ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਮਤਲਬ ਇਸ ਸਿਰਿੰਜਸ ਦੀ ਗੱਲ ਕਰ ਰਹੇ ਹਾਂ, ਜਦੋਂ ਇਹਨਾਂ ਨੂੰ ਡਿਸਪੋਜ਼ ਆਫ ਕਰਦੇ ਨੇ ਫਿਰ ਕੀ ਉਹਦਾ ਜਿਹੜਾ ਧੂਆਂ ਉਹ ਆਪਣੀ ਹਿਊਮਨਿਟੀ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ? ਬਿਲਕੁਲ ਹੁੰਦਾ ਜੀ। ਇਹ ਤੇ ਪਲਾਸਟਿਕ ਕੀ ਕਹਿੰਦੇ ਨੇ এনवायरमेंट ਨੂੰ ਇਫੈਕਟ ਤਾਂ ਹੈ ਹੀ ਹੈ, ਬਟ ਇਹਨਾਂ ਕੋਲ ਕਾਫੀ ਟੈਕਨੀਕਸ ਇਹੋ ਜਿਹੀਆਂ ਹੈਗੀਆਂ ਕਿ ਜਿਹਦੇ 'ਚ ਉਹਨੂੰ ਜੋ ਧੂਏ 'ਚ ਜੋ ਕੈਮੀਕਲ ਹਾਰਮਫੁਲ ਹੈਗੇ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਨੂੰ ਸੈਪਰੇਟ ਕਰਕੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਡਿਸਪੋਜ਼ ਕੀਤਾ ਜਾਵੇ ਜਾਂ ਉਹਨਾਂ ਨੂੰ ਕਿਸੇ ਹੋਰ ਫਾਰਮ 'ਚ ਚੇਂਜ ਕਰ ਲਿੱਤਾ ਜਾਵੇ ਜਿਹੜੇ ਸਾਡੇ এনवायरमेंट ਲਈ ਨੁਕਸਾਨਦਾਇਕ ਨਾ ਹੋਵੇ। ਬਟ ਫਿਰ ਵੀ ਕਿਉਂਕਿ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਹਰ ਵਾਰੀ ਵਰਤੋਂ ਹੁੰਦੀ ਹੈ ਕਿਉਂਕਿ ਆਲ ਓਵਰ ਵਰਤੋਂ ਹੁੰਦੀ, ਆਪਾਂ ਹਸਪੀਟਲਸ, ਮੈਡੀਕਲ ਸਟੋਰ ਸਾਰਿਆਂ ਦੇ ਉੱਤੇ ਦੇਖਦੇ ਹਾਂ ਵੀ ਜਿਹੜਾ ਬੰਦੇ ਨੂੰ ਕਿਸੇ ਨੇ ਇੰਜੈਕਸ਼ਨ ਵਗੈਰਾ ਲਵਾਉਣਾ ਉਸ ਚੀਜ਼ ਦੀ ਜ਼ਰੂਰਤ ਪੈਂਦੀ ਹੈ। ਜਿਹੜਾ ਇਹਦਾ ਫਿਰ ਰਾ ਮਟੀਰੀਅਲ ਹੈਗਾ, ਜਿਸ ਤਰ੍ਹਾਂ ਸਿਰਿੰਜ ਹੈਗੀ ਆ, ਸਿਰਿੰਜ ਦੇ ਵਿੱਚ ਜਿਹੜਾ ਆਪਣੀ ਸੂਈ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਤੇ ਲੋਹੇ ਦਾ ਹੁੰਦਾ ਜੀ, ਉਹ ਤਾਂ ਫਿਰ ਉਸ ਮਟੀਰੀਅਲ ਦਾ ਕੀ ਕੀਤਾ ਜਾਂਦਾ? ਉਹ ਕੱਲਾ ਲੋਹਾ ਨਹੀਂ ਹੁੰਦਾ, ਉਹਦੇ 'ਚ ਇੱਕ ਦੋ ਚੀਜ਼ਾਂ ਹੋਰ ਪਾਈਆਂ ਹੁੰਦੀਆਂ, ਲੋਇਸ ਵਗੈਰਾ ਹੁੰਦੇ ਨੇ ਤਾਂ ਕਿ ਉਹਨੂੰ ਇੱਕ ਕੰਪੈਕਟ ਬਣਾਇਆ ਜਾ ਸਕੇ, ਤਾਂ ਕਿ ਉਹਨੂੰ ਇੱਕ ਮੈਡੀਕਲ ਗ੍ਰੇਡ ਬਣਾਇਆ ਜਾ ਸਕੇ। ਠੀਕ, ਉਹਨੂੰ ਵੀ ਡਿਸਪੋਜ਼ ਕਰਨ ਦੀਆਂ ਟੈਕਨੀਕਸ ਹੈਗੀਆਂ ਨੇ ਜੀ। ਸਾਡੇ ਮੈਡੀਕਲ ਵਿਗਿਆਨਿਕ ਤਰੱਕੀ ਕੀਤੀ ਹੋਈ ਹੈ ਕਿ ਅਸੀਂ ਉਹਨੂੰ ਕਿਵੇਂ ਉਹਨੂੰ ਰੀਸਾਈਕਲ ਕਰਦੇ ਨੇ। ਉਹਨਾਂ ਰੀਸਾਈਕਲ ਵੀ ਹੁੰਦਾ ਜੀ ਕੁਝ, ਕਿਉਂਕਿ ਹਰ ਚੀਜ਼ ਟੋਟਲੀ ਰੀਸਾਈਕਲ ਨਹੀਂ ਹੋ ਸਕਦੀ, ਮਤਲਬ ਕੁਝ ਪਾਰਟ ਜਿਹੜਾ ਹੈਗਾ ਰੀਸਾਈਕਲ ਹੋ ਸਕਦਾ, ਕੁਝ ਵੇਸਟ ਜਾਂਦਾ ਜਾਂ ਕਿਸੇ ਹੋਰ ਚੀਜ਼ ਦੁਬਾਰਾ ਉਹਨੂੰ ਯੂਜ਼ ਕਰ ਲੈਂਦੇ ਨੇ। ਕੁਛ ਇਹਦੀ ਵੀ ਦੱਸੋ ਜੀ, ਜਿਸ ਤਰ੍ਹਾਂ ਹੁਣ ਆਪਣੇ ਕੋਵਿਡ ਦੇ ਚੱਲਦੇ ਆਪਣੇ ਮੈਨੀਟੋਬਾ ਦੇ ਵਿੱਚ ਪਿੱਛੇ ਜੇ ਆਇਆ ਸੀਗਾ ਵੀ ਮੋਰ ਦੈਨ 900 ਕੁਛ ਇੰਜੈਕਸ਼ਨ ਵਗੈਰਾ ਜਿਹੜੇ ਆਏ ਨੇ, ਉਹ ਕਿੰਨੇ ਕੁ ਬੰਦਿਆਂ ਨੂੰ ਲੱਗ ਚੁੱਕੇ ਨੇ? ਲਿਖੁੰਦੇ ਜੀ ਪਹਿਲਾਂ ਐਕਚੁਅਲੀ ਮੈਨੀਟੋਬਲ ਗਵਰਨਮੈਂਟ ਨੇ ਕਿਹਾ ਸੀਗਾ ਕਿ ਬਾਈ ਐਂਡ ਆਫ ਸੈਪਟੰਬਰ ਅਸੀਂ ਸਾਰੇ ਮੈਨੀਟੋਬਨਸ ਨੂੰ ਇਮਿਊਨਾਈਜ਼ ਕਰ ਦਾਂਗੇ, ਬਟ ਮੇਰੇ ਖਿਆਲ ਕੱਲ ਪਰਸੋਂ ਵੀ ਉਹਨਾਂ ਨੇ ਨਿਊਜ਼ ਕੱਢੀ ਹੈ ਕਿ ਸਾਡੇ ਰਿਸੋਰਸਿਸ ਵੀ ਘੱਟ ਪੈ ਰਹੇ ਨੇ ਤੇ ਨੰਬਰ ਆਫ ਵੈਕਸੀਨਸ ਜਿਹੜੀਆਂ ਮਿਲ ਰਹੀਆਂ ਉਹ ਵੀ ਘੱਟ ਪੈ ਰਹੀਆਂ। ਇਸ ਕਰਕੇ ਬਾਈ ਦ ਐਂਡ ਆਫ ਦਿਸ ਈਅਰ ਅਸੀਂ ਸਾਰਿਆਂ ਨੂੰ ਤਾਂ ਨਹੀਂ ਪਰ 70 to 80% ਲੋਕਾਂ ਨੂੰ ਇਮਿਊਨਾਈਜ਼ ਕਰ ਦਾਂਗੇ। ਐਕਚੁਅਲੀ ਉਹਨਾਂ ਨੇ ਕੁਝ ਕੈਟਾਗਰੀਜ਼ ਕੱਢੀਆਂ ਹੈਗੀਆਂ ਕਿ ਜਿਹੜੇ ਜਿਵੇਂ ਹੈਲਥ ਕੇਅਰ 'ਚ ਹੈਗੇ ਨੇ ਕਿ ਜਿਹਨੇ
ਪਹਿਲਾਂ ਡਾਕਟਰਸ ਜਾਂ ਨਰਸਿਸ ਜਿਹੜੇ ਆਈਸੀਯੂਸ ਵਗੈਰਾ 'ਚ ਕੰਮ ਕਰਦੇ ਨੇ, ਪੈਰਾਮੈਡਿਕ ਸਟਾਫ ਵਗੈਰਾ, ਉਹਨਾਂ ਨੂੰ ਫਰਸਟ ਟ੍ਰਾਇਲ ਤੇ ਕੀਤਾ ਹੈਗਾ, ਸੈਕਿੰਡ ਫਿਰ ਹੈਲਥ ਕੇਅਰਸ 'ਚ ਪੈਰਾਮੈਡਿਕਸ ਨੂੰ ਕੀਤਾ। ਇਸ ਤਰ੍ਹਾਂ ਉਹ ਆਪਣੀ ਕੈਟੇਗਰੀਜ਼ ਉਹ ਡਿਸਾਈਡ ਕਰਕੇ ਕੱਢ ਰਹੇ ਨੇ ਕਿ ਜਿਵੇਂ ਉਹਨਾਂ ਨੂੰ ਵੈਕਸੀਨੇਸ਼ਨ ਪ੍ਰਾਇੋਰਟੀ ਬੇਸਿਸ ਤੇ ਉਹਨਾਂ ਨੂੰ ਦਿੱਤੀ ਜਾਵੇ। ਤੇ ਕਿੰਨੇ ਕੁ ਬੰਦਿਆਂ ਨੂੰ ਇਹਨਾਂ ਦੇ ਉੱਤੇ ਮਤਲਬ ਕੀ ਇਹਦਾ ਸਹੀ ਰਿਜ਼ਲਟ ਮਿਲ ਰਹੇ ਨੇ ਜਾਂ ਕੋਈ ਬੈਡ ਇਫੈਕਟਸ ਵੀ ਆ ਰਹੇ ਨੇ? ਲੇਕਿਨ ਜੀ ਹਰ ਇੱਕ ਚੀਜ਼ ਦੇ ਬੈਡ ਇਫੈਕਟ ਹੈਗੇ। ਤੁਸੀਂ ਇੱਕ ਟਾਈਨੋਲ ਦੀ ਗੋਲੀ ਲਓ ਤੇ ਉਹਨੂੰ ਜੇ ਗੂਗਲ ਹੀ ਕਰਕੇ ਦੇਖੋ ਤੇ ਉਹਦੇ ਬਹੁਤ ਸਾਈਡ ਇਫੈਕਟਸ ਆ ਜਾਣਗੇ ਤੇ ਆਪਾਂ ਉਹ ਨਹੀਂ ਕਹਿ ਸਕਦੇ। ਬਟ ਮੈਂ ਉਹ ਵੀ ਉਹਨੂੰ ਕਿਹਾ ਕਿ ਇਹ ਵੈਕਸੀਨ ਕਾਫੀ ਹਜੇ ਨਵੀਂ ਹੈ ਤੇ ਹਜੇ ਵੀ ਬਹੁਤ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ। 2 ਕੰਪਨੀਆਂ ਨੇ ਕਿਹਾ ਹੈ ਕਿ ਜਿਵੇਂ 2 ਕੰਪਨੀਆਂ ਦੇ ਇੱਥੇ ਆਈ ਹੈਗੇ, ਸਾਰਿਆਂ ਦਾ 90 ਤੋਂ 94% ਸਕਸੈਸ ਰੇਟ ਹੈਗਾ, ਬਟ ਕੁਝ ਸਾਈਡ ਇਫੈਕਟ ਹੋ ਸਕਦੇ ਨੇ। ਜਿਵੇਂ ਕਿ ਆਪਾਂ ਫਲੂ ਵੈਕਸੀਨ ਦੇ ਹੀ ਐਗਜ਼ਾਮਪਲ ਲਈਏ ਤੇ ਮਤਲਬ ਕਦੀ ਸ਼ਿਵਰਿੰਗ ਹੈ ਜਾਂ ਤੁਹਾਡੀ ਮਸਲ ਏਕ ਹੈ, ਕੋਈ ਤੁਹਾਡੀ ਬੁਖਾਰ ਹੋ ਜਾਂਦਾ, ਇਹ ਸਭ ਚੀਜ਼ਾਂ ਥੋੜ੍ਹੇ ਬਹੁਤੇ ਚੱਲਣਗੀਆਂ ਹੀ। ਬਟ ਐਕਚੁਅਲੀ ਇਹਦੇ 'ਚ ਇਹ ਦੇਖਣਾ ਹੈਗਾ ਕਿ ਇੱਕ ਲੌਂਗ ਟਰਮ ਇਫੈਕਟ ਲਈ ਸਾਨੂੰ 2 ਦਿਨ ਦੇ ਸਾਈਡ ਇਫੈਕਟ ਮਨਜ਼ੂਰ ਹੈ ਕਿ ਨਹੀਂ, ਇਹ ਸਾਨੂੰ ਥੋੜਾ ਸੋਚਣਾ ਪੈਣਾ ਕਿ ਜੇ ਅਸੀਂ ਇੱਕ ਵੈਕਸੀਨ ਲਗਾ ਕੇ ਅਸੀਂ ਸਿਕਿਉਰ ਹੋ ਜਾਂਦੇ ਹਾਂ ਤੇ 1 ਦਿਨ ਦੇ ਸਿਰ ਦਰਦ ਮੇਰੇ ਖਿਆਲ ਅਸੀਂ ਟੋਲਰੇਟ ਕਰ ਸਕਦੇ ਹਾਂ। ਹੁਣ ਜਿਸ ਤਰ੍ਹਾਂ ਪਿਛਲੇ ਆਪਾਂ 1 ਵੀਕ ਤੋਂ ਲਗਾਤਾਰ ਦੇਖ ਰਹੇ ਹਾਂ ਜੀ, ਆਪਣੇ ਮੈਨੀਟੋਬਾ ਦੇ ਵਿਨੀਪੈਗ ਦਾ ਜਿਹੜਾ ਵੈਦਰ ਆ ਉਹ ਕਾਫੀ ਫਲਕਚੁਏਟ ਹੋ ਰਿਹਾ, ਪਲੱਸ ਵੀ ਹੋ ਰਿਹਾ, ਮਾਈਨਸ ਵੀ ਹੋ ਰਿਹਾ। ਇਹਦੇ ਨਾਲ ਵੀ ਕੁਝ ਮਤਲਬ ਲੋਕਾਂ ਨੂੰ ਖੰਘ ਜ਼ੁਕਾਮ ਦੇ ਜਿਹੜੀਆਂ ਅਲਾਮਤਾਂ ਆਪਾਂ ਕਹਿੰਦੇ ਨੇ, ਜਿਹੜੇ ਲੱਛਣ ਹੁੰਦੇ ਨੇ ਉਹਦੇ ਆਪਣੇ ਕੋਵਿਡ ਦੇ ਹੁੰਦੇ ਨੇ, ਕੁਝ ਲੋਕਾਂ ਨੂੰ ਮਤਲਬ ਖੰਘ ਜ਼ੁਕਾਮ ਛਿੱਕਾਂ ਵਗੈਰਾ ਦਾ ਚੱਲ ਰਿਹਾ ਜਾਂ ਗਲੇ ਦੀ ਕੁਛ ਨਾ ਕੁਛ ਚੱਲ ਰਹੀ ਹੈ, ਕੀ ਉਹ ਸਾਰੇ ਇਸ ਚੀਜ਼ ਨਾਲ ਜੋੜ ਕੇ ਦੇਖ ਰਹੇ ਨੇ? ਲਖਵਿੰਦਰ ਜੀ ਐਕਚੁਅਲੀ ਹੈ ਕਿ ਹੁਣ ਇੱਕ ਪੈਂਡੇਮਿਕ ਹੈਗਾ ਤੇ ਕੋਈ ਮਾਲ 'ਚ ਜਾ ਕੇ ਛਿੱਕ ਵੀ ਮਾਰਦੇ ਤੇ ਬੰਦਾ ਉਹਦੇ ਵੱਲ ਦੇਖਣਗੇ ਕਿ ਜੀ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ। ਹਾਂ ਠੀਕ ਹੈ, ਆਪਣਾ ਵੈਦਰ ਇਹੋ ਜਿਹਾ ਚੱਲ ਰਿਹਾ ਅੱਜ ਕੱਲ੍ਹ ਕਿ ਸਰਦੀ ਜ਼ੁਕਾਮ ਹੈਗੀ ਨਾ, ਆਪਾਂ ਹੀਟਡ ਘਰਾਂ 'ਚ ਰਹਿੰਦੇ, ਬਾਹਰ ਨਿਕਲਦੇ ਹਾਂ ਤੇ ਨੈਚੁਰਲ ਇੱਕਦਮ ਹੀ ਸਾਡੇ 'ਚ ਪੈਂਦਾ, ਠੰਡ ਜਿਹੀ ਲੱਗਦੀ ਹੈ। ਬਟ ਮੈਨੂੰ ਲੱਗਦਾ ਨਹੀਂ ਹੈਗਾ ਕਿਉਂਕਿ ਉਹਦੇ ਸਿੰਪਟਮਸ ਜਿਹੜੇ ਨੇ ਬਹੁਤ ਮਤਲਬ ਕੁਝ ਤਾਂ ਇਕੱਠੇ ਜਿਹੇ ਹੀ ਨੇ, ਜਿਵੇਂ ਖਾਂਸੀ ਜ਼ੁਕਾਮ ਹੋ ਗਿਆ, ਹੈਡੇਕ ਹੋ ਗਿਆ, ਬਟ ਜਿਹੜੇ ਕੋਵਿਡ ਦੇ ਸਿੰਪਟਮਸ ਨੇ ਟੋਟਲੀ ਡਿਫਰੈਂਟ ਵੀ ਨੇ। ਜੇ ਉਹਦੇ ਲੌਂਗ ਟਰਮ 10-15 ਦਿਨ ਰਹਿਣ ਤਾਂ ਤੁਹਾਨੂੰ ਜ਼ਰੂਰ ਟੈਸਟ ਕਰਾਉਣ ਦੀ ਜ਼ਰੂਰਤ ਹੈ ਤੇ ਆਪਣੇ ਟੈਸਟ ਚੱਲ ਹੀ ਰਹੇ ਨੇ। ਵਿਨੀਪੈਗ 'ਚ 4-5 ਲੋਕੇਸ਼ਨਸ ਹੈਗੀਆਂ ਜਿਹੜੀਆਂ ਰੋਜ਼ ਟੈਸਟ ਕਰਦੀਆਂ ਤੇ ਤੁਹਾਨੂੰ 24 ਤੋਂ 36 ਘੰਟੇ ਦੇ ਅੰਦਰ ਇੱਕ ਰਿਜ਼ਲਟ ਵੀ ਦੇ ਦਿੰਦੀਆਂ। ਕੀ ਜਿਹੜੇ ਕੋਵਿਡ ਦੇ ਟੈਸਟ ਜੇ ਕੋਈ ਕਰਵਾਉਣਾ ਚਾਹੁੰਦਾ ਉਹ ਇੱਥੇ ਆਪਣੇ ਵਿਨੀਪੈਗ ਦੇ ਵਿੱਚ ਸਟਿਲ ਚੱਲ ਰਹੇ? ਬਿਲਕੁਲ ਜੀ, ਹਜੇ ਵੀ ਡਰਾਈਵ ਇਨਸ ਵੀ ਹੈਗੇ ਨੇ ਜੀ, ਵਾਕ-ਇਨਸ ਕਲੀਨਿਕ ਨੇ ਵੀ ਮੇਰੇ ਖਿਆਲ ਕੁਝ ਸ਼ੁਰੂ ਕਰ ਰਹੇ ਹੈਗੇ ਨੇ ਟੈਸਟਿੰਗ ਕਰਨੀ ਤੇ ਬਾਕੀ ਤੇ ਸਾਰੀ ਜਗ੍ਹਾ ਓਪਨ ਹੀ ਨੇ, ਕੋਈ ਵੀ ਕਰਵਾ ਸਕਦਾ। ਬਿਲਕੁਲ ਜਿਹਦੇ ਕੋਲ ਹੈਲਥ ਕਾਰਡ ਹੈ ਫ੍ਰੀ ਆਫ ਕਾਸਟ ਹੈ ਜੀ। ਤੇ ਮੇਰੇ ਖਿਆਲ ਵਿਜ਼ਟਰਸ ਨੂੰ ਵੀ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਵਿਜ਼ਟਰ ਨੇ ਵਾਪਸ ਜਾਣਾ ਹੈ ਆਪਣੀ ਕੰਟਰੀਜ਼ 'ਚ, ਉਹਨਾਂ ਲਈ ਵੀ ਫ੍ਰੀ ਆਫ ਕਾਸਟ, ਉਹਨਾਂ ਨੇ ਸਿਰਫ ਤੁਹਾਡਾ ਪਾਸਪੋਰਟ ਤੇ ਮੇਰੇ ਖਿਆਲ ਟਰੈਵਲ ਡਾਕੂਮੈਂਟਸ ਦੇਖਣੇ ਉਹਨਾਂ ਨੇ ਤੇ ਉਹਦਾ ਵੀ ਟੈਸਟ ਤੁਹਾਨੂੰ ਫ੍ਰੀ ਦਿੱਤਾ ਹੋਇਆ ਉਹਨਾਂ ਨੇ। ਜੀ ਬਿਲਕੁਲ, ਇਹ ਟਰੈਵਲ ਐਡਵਾਈਜ਼ਰੀ ਵੱਲੋਂ ਵੀ ਇਹ ਕਿਹਾ ਗਿਆ ਹੈਗਾ ਜੇ ਕੋਈ ਬੰਦਾ ਆਪਣੀ ਕੰਟਰੀ ਨੂੰ ਵਾਪਸ ਜਾਣਾ ਚਾਹੁੰਦਾ ਤਾਂ ਵਿਦਨ 48 ਆਵਰਸ ਉੱਥੇ ਜਾ ਕੇ ਵਿਦਆਊਟ ਲੇਨ, ਮੇਰੇ ਖਿਆਲ ਉਹਦੇ ਲਈ ਲੇਨ ਦੀ ਜ਼ਰੂਰਤ ਨਹੀਂ ਹੈਗੀ, ਉਹ ਵੀ ਆਪਣੇ ਉੱਥੇ ਕੋਵਿਡ ਦੇ ਜਿਹੜੇ ਟੈਸਟ ਕਰਵਾ ਸਕਦੇ ਨੇ। ਗਗਨ ਜੀ, ਜਿਸ ਤਰ੍ਹਾਂ ਆਪਣੇ ਕੈਨੇਡਾ ਦੇ ਵਿੱਚ ਸਟਾਰਟ ਹੋਇਆ, ਟੀਕਾਕਰਨ ਸਟਾਰਟ ਹੋਇਆ, ਕੀ ਆਲ ਓਵਰ ਵਰਲਡ ਮਤਲਬ ਕਿਸੇ ਹੋਰ ਕੰਟਰੀ ਦੇ ਵਿੱਚ ਵੀ ਇਹ ਸਟਾਰਟ ਹੋਇਆ? ਕਾਫੀ ਕੰਟਰੀਜ਼ ਨੇ ਹੁੰਦੇ ਸ਼ੁਰੂ ਕਰਤਾ ਹੈ, ਅਮਰੀਕਾ ਵੀ ਹੁਣ ਸ਼ੁਰੂ ਕਰਨ ਲੱਗਾ ਜੀ, ਕੁਝ ਪਾਰਟਸ ਉਹਨਾਂ ਨੇ ਕਰਤਾ ਹੋਇਆ, ਇੰਡੀਆ 'ਚ ਵੀ ਮੇਰੇ ਖਿਆਲ ਕੁਝ ਟ੍ਰਾਇਲਸ ਜਿਹੜੀਆਂ ਕੰਪਲੀਟ ਹੋ ਰਹੀਆਂ ਜੀ, ਬਟ ਉੱਥੇ ਥੋੜੀ ਪੋਲੀਟੀਕਲ ਚੀਜ਼ਾਂ ਹੁੰਦੀਆਂ ਕਿ ਜੀ ਕਿਸੇ ਨੂੰ ਫ੍ਰੀ ਲੱਗਣੀ ਹੈ ਕਿੰਨੇ ਲੱਗਣੀ, ਉਹ ਚੀਜ਼ਾਂ ਚੱਲਦੀਆਂ ਕਿਉਂਕਿ ਇੰਡੀਆ 'ਚ 2-3 ਜਿਹੜੀਆਂ ਵੈਕਸੀਨਸ ਨੇ ਉਹ ਅਪਰੂਵ ਕਰ ਚੁੱਕੇ ਹੋਏ ਨੇ। ਇੱਕ ਗੱਲ ਸਾਨੂੰ ਥੋੜੀ ਤੱਕ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਸਾਰੇ ਗਵਰਨਮੈਂਟ ਨੇ, ਭਾਵੇਂ ਕੈਨੇਡੀਅਨ ਹੋਵੇ, ਅਮਰੀਕਨ ਹੋਵੇ, ਇੰਡੀਅਨ ਹੋਵੇ, ਕਿਸੇ ਵੀ ਕੰਟਰੀ ਦੀ ਹੋਵੇ, ਉਹਨਾਂ ਨੇ ਵੈਕਸੀਨਸ ਨੂੰ ਐਮਰਜੈਂਸੀ ਅਪਰੂਵ ਕੀਤਾ ਜੀ। ਪਰ ਇੱਕ ਅਪਰੂਵਲ ਤੇ ਐਮਰਜੈਂਸੀ ਅਪਰੂਵਲ 'ਚ ਬਹੁਤ ਜ਼ਿਆਦਾ ਫਰਕ ਹੈ ਜੇ ਆਪਾਂ ਇੱਕ ਥਿਓਰੈਟੀਕਲ ਚੀਜ਼ ਨਾਲ ਦੇਖੀਏ। ਐਮਰਜੈਂਸੀ ਅਪਰੂਵਲ ਹੈਗੇ ਕਿ ਉਹ ਕੁਝ ਜਿਹੜੇ ਸਾਈਡ ਇਫੈਕਟ ਨੇ ਉਹਨਾਂ ਨੂੰ ਦਰਕਿਨਾਰ ਰੱਖ ਕੇ ਉਹਨਾਂ ਨੂੰ ਮਤਲਬ ਸੋਚ ਰਹੇ ਕਿ ਇਹਨਾਂ ਨੂੰ ਆਪਾਂ ਚਲੋ ਆਪਾਂ ਇਗਨੋਰ ਕਰ ਸਕਦੇ ਹਾਂ, ਤਾਂ ਉਹਨਾਂ ਨੇ ਅਪਰੂਵਲ ਦਿੱਤੀ ਹੈਗੀ ਹੈ। ਕਿਉਂਕਿ ਹਜੇ ਵੀ ਜਿਹੜੀ ਕੋਵਿਡ ਦੀ ਵੈਕਸੀਨ ਹੈ, 3rd ਟ੍ਰਾਇਲ ਹਜੇ ਕਈ ਜਗ੍ਹਾ ਤੇ ਕੰਪਲੀਟ ਨਹੀਂ ਹੋਏ ਹੋਏ। ਫਾਈਜ਼ਰ ਦੇ ਵੀ ਤੁਸੀਂ ਟ੍ਰਾਇਲ ਦੇਖੋਗੇ, ਉਹਨਾਂ ਨੇ ਵੀ ਆਪਣਾ ਸਕਸੈਸ ਰੇਟ 90 ਕਿਹਾ ਹੈ, ਜਿਹੜੀ ਮੋਡਰਨਾ ਦੀ ਵੈਕਸੀਨ ਆਈ ਉਹਨਾਂ 94.5% ਕਿਹਾ ਹੈ। ਉਹ ਦੋਨਾਂ ਦੀ ਕਿਉਂਕਿ ਟੈਕਨੀਕ ਜਿਹੜੀ ਹੈਗੀ ਹੈ ਮੋਰ ਔਰ ਲੈਸ ਸੇਮ ਹੈਗੀ ਹੈ ਤੇ ਹਜੇ ਵੀ ਸਾਨੂੰ ਕੁਝ ਰਿਜ਼ਲਟਸ ਤੇ ਕੁਝ ਡਾਊਟ ਹੈਗਾ ਕਿ ਲੌਂਗ ਟਰਮ 'ਚ ਇਹਨਾਂ ਦੇ ਕੀ ਇਫੈਕਟ ਹੋਣਗੇ। ਕਿਉਂਕਿ ਇਹ ਤਾਂ ਐਕਚੁਅਲੀ ਹੁਣ ਇਹ ਕੀ ਕਰਦੇ ਨੇ ਕਿ ਜਿਵੇਂ ਜੇ ਵੈਕਸੀਨ ਅੱਜ ਲੱਗਦੀ ਹੈ ਉਹਦਾ ਵੈਕਸੀਨ ਦਾ ਤਾਂ ਹੈ ਨਹੀਂ ਕਿ ਜੀ ਤੁਸੀਂ ਵੈਕਸੀਨ ਲਵਾ ਲਈ ਤੇ ਤੁਸੀਂ ਕੋਵਿਡ ਫ੍ਰੀ ਹੋ ਗਏ, ਉਹ ਨਹੀਂ ਹੈਗਾ। ਇਹ ਲੌਂਗ ਟਰਮ 'ਚ ਚੱਲਣਾ ਹੈ। ਹੁਣ ਲੌਂਗ ਟਰਮ ਕਿੰਨੀ ਹੋਊਗੀ, 5 ਸਾਲਾਂ ਬਾਅਦ ਉਹਦਾ ਕੀ ਇਫੈਕਟ ਹੋਊਗਾ, 2 ਸਾਲਾਂ ਬਾਅਦ ਉਸ ਵੈਕਸੀਨ ਦਾ ਸਾਡੇ ਤੇ ਕੀ ਇਫੈਕਟ ਰਹੇਗਾ, ਇਹ ਹਜੇ ਸਟੱਡੀਜ਼ ਕਰਨ ਦੀ ਜ਼ਰੂਰਤ ਹੈਗੀ ਹੈ ਤੇ ਹਜੇ ਵੀ ਚੱਲ ਰਹੀਆਂ ਸਟੱਡੀਜ਼। ਬਿਲਕੁਲ, ਜਿਸ ਤਰ੍ਹਾਂ ਹੁਣ ਚਾਈਨਾ ਦੇ ਵਿੱਚ ਇਹ ਸਟਾਰਟ ਹੋਇਆ ਸੀ, ਕੀ ਚਾਈਨਾ ਦੇ ਵਿੱਚ ਹੁਣ ਅੱਜਕੱਲ ਵੈਕਸੀਨੇਸ਼ਨ ਚੱਲ ਰਹੀ ਹੈ ਜਾਂ ਉੱਥੇ ਕੋਵਿਡ ਹੀ ਸਟਾਪ ਹੋ ਗਏ? ਕਿਉਂਕਿ ਕਦੇ ਸੁਣਨ ਨੂੰ ਆਪਾਂ ਨਿਊਜ਼ ਨਹੀਂ ਆਈ। ਬਿਲਕੁਲ, ਲਿਖਣ ਦੇ ਉਹਦੇ 2-3 ਰੀਜ਼ਨ ਜੋ ਮੈਨੂੰ ਲੱਗਦਾ ਹੈ ਕਿ ਹੈਗੇ ਨੇ ਕਿ ਸਭ ਤੋਂ ਵੱਡੀ ਗੱਲ ਹੈ ਚਾਈਨਾ ਇਜ਼ ਅ ਕਮਿਊਨਿਸਟ ਕੰਟਰੀ ਤੇ ਉਹਨਾਂ ਨੇ ਕਿਉਂਕਿ ਆਪਣੀ ਨਿਊਜ਼ ਉਹਨਾਂ ਨੇ ਬਾਹਰ ਕੱਢਣੀਆਂ ਹੀ ਬੰਦ ਕਰਤੀਆਂ ਉਹਨਾਂ ਨੇ ਤੇ ਸਾਰੀ ਦੁਨੀਆ ਨੂੰ ਪਤਾ ਹੀ ਨਹੀਂ ਹੈਗਾ ਕਿ ਉੱਥੇ ਕਰ ਕੀ ਰਹੇ ਨੇ। ਉੱਥੇ ਤਾਂ ਅੱਜ ਤੱਕ ਇਹ ਫਿਗਰ ਨਹੀਂ ਆਈ ਕਿ ਕਿੰਨੇ ਲੋਕ ਉਹਨਾਂ ਦੀ ਡੈਥਸ ਹੋਈਆਂ, ਕਿੰਨੇ ਸਫਰ ਹੋਏ ਨੇ। ਇੱਕ ਹੋਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਵੈਕਸੀਨ ਬਣਨੀ ਸ਼ੁਰੂ ਹੋਈ ਸੀਗੀ, ਸਭ ਤੋਂ ਪਹਿਲਾਂ ਯੂਹਾਨ ਦੇ ਸਾਇੰਟਿਸਟ ਸੀਗੇ ਜਿਨ੍ਹਾਂ ਨੇ
ਜਿਹੜਾ ਵਾਇਰਸ ਆਇਡੈਂਟੀਫਾਈ ਕੀਤਾ ਸੀਗਾ, ਉਹਦਾ ਡੀਐਨਏ ਸਟਰਕਚਰ, ਸੌਰੀ ਉਹਦਾ ਆਰਐਨਏ ਸਟਰਕਚਰ ਕੀ ਹੈ, ਉਹਦਾ ਜੈਨੇਟਿਕ ਕੋਡ ਕੀ ਹੈ, ਉਹਨਾਂ ਨੇ ਸਭ ਕੁਝ ਲੱਭ ਕੇ ਉਹਨੂੰ ਇੰਟਰਨੈਟ ਤੇ ਪਾਇਆ ਸੀਗਾ। ਤੇ ਇਹ ਇੰਟਰਨੈਟ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਫਾਈਜ਼ਰ ਨੇ ਚੱਕ ਕੇ ਉਸ ਤੋਂ ਜ਼ਿਆਦਾ ਅੱਗੋਂ ਸਟੱਡੀਜ਼ ਕਰਨੀ ਸ਼ੁਰੂ ਕਰਤੀਆਂ ਸੀਗੀਆਂ। ਤੇ ਸਭ ਤੋਂ ਪਹਿਲਾਂ ਜੇ ਵੈਕਸੀਨ ਦਾ ਆਪਾਂ ਇਹ ਦੇਖੀਏ ਕਿ ਜੋ ਇਨੀਸ਼ੀਅਲ ਫੇਸ ਹੈ, ਇਨੀਸ਼ੀਅਲ ਸਰਚ ਹੈਗੀ ਹੈ, ਉਹ ਵੀ ਚਾਈਨਾ ਤੋਂ ਹੀ ਸ਼ੁਰੂ ਹੋਈ ਸੀਗੀ। ਜੇ ਆਪਾਂ ਉਹਨਾਂ ਨੂੰ ਰਿਸਪੌਂਸਿਬਲ ਮੰਨਦੇ ਹਾਂ ਕਿ ਵਾਇਰਸ ਉੱਥੋਂ ਸ਼ੁਰੂ ਹੋਇਆ, ਤੇ ਸਰਚ ਵੀ ਉੱਥੋਂ ਹੀ, ਇਲਾਜ ਦੀ ਵੀ ਉੱਥੇ ਸ਼ੁਰੂ ਹੋਈ ਹੈ। ਜੀ ਬਿਲਕੁਲ। ਹੁਣ ਕਿਉਂਕਿ ਆਪਾਂ ਹਰ ਇੱਕ ਕੰਟਰੀ ਆ ਜਿਹੜਾ ਚਾਈਨਾ ਵੱਲ ਦੇਖ ਰਿਹਾ ਸੀਗਾ ਪਹਿਲਾਂ, ਬਟ ਅੱਜ ਕੱਲ੍ਹ ਕੋਈ ਚਾਈਨਾ ਦੇ ਵਿੱਚ ਇਸ ਤਰ੍ਹਾਂ ਦੀ ਨਿਊਜ਼ ਨਹੀਂ ਆ ਰਹੀ ਹੈਗੀ। ਕੀ ਉੱਥੇ ਲੋਕਾਂ ਨੇ ਮਤਲਬ ਪ੍ਰੀਕਾਸ਼ਨ ਜ਼ਿਆਦਾ ਲੈਣੇ ਸਟਾਰਟ ਕਰਦੇ ਨੇ? ਬਿਕੋਜ਼ ਇਹ ਜੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਕਿ ਕਮਿਊਨਿਸਟ ਕੰਟਰੀ ਹੈ, ਉੱਥੋਂ ਉਹਨਾਂ ਕੀ ਨਿਊਜ਼ ਕੱਢਦੇ ਹੀ ਨਹੀਂ ਹੋ ਐਕਚੁਅਲੀ। ਮਤਲਬ ਕੋਈ ਵੀ ਚੀਜ਼, ਕੋਈ ਵੀ ਨਿਊਜ਼ ਜਿਹੜੀ ਉਹਨਾਂ ਦੀ ਗਵਰਨਮੈਂਟ ਦੇ ਅਗੇਂਸਟ ਜਾਂ ਉਹਨਾਂ ਦੀ ਕੰਟਰੀ ਦੀ ਇਮੇਜ ਖਰਾਬ ਕਰੇ, ਉਹ ਉਹਨਾਂ ਨੂੰ ਮੀਡੀਆ 'ਚੋਂ ਆਉਣ ਹੀ ਨਹੀਂ ਦਿੰਦੇ। ਇਸ ਕਰਕੇ ਸਿਰਫ ਅਸੀਂ ਰਿਲਾਈ ਲੈਂਦੇ ਹਾਂ ਕਿ ਸੋਸ਼ਲ ਮੀਡੀਆ ਤੇ, ਬਟ ਉੱਥੋਂ ਦਾ ਸੋਸ਼ਲ ਮੀਡੀਆ ਵੀ ਬਹੁਤ ਹੱਦ ਤੱਕ ਬੈਨ ਹੈ। ਤੇ ਉੱਥੋਂ ਦੀਆਂ ਨਿਊਜ਼ ਬਹੁਤ ਘੱਟ, ਕਿਤੇ ਵਿਰਲੀ ਜੀ ਨਿਊਜ਼ ਕੋਈ ਆਉਂਦੀ ਹੈ ਕਿ ਉੱਥੇ ਕੀ ਹੋ ਰਿਹਾ ਹੈ, ਕੀ ਨਹੀਂ ਕਰ ਰਹੇ ਹੋ। ਸੁਣਿਆ ਹੈਗਾ ਕਿ ਜੀ ਉੱਥੇ ਥੋੜਾ ਉਹਨਾਂ ਨੇ ਕੰਟਰੋਲ ਕੀਤਾ, ਬਟ ਅਸੀਂ ਸ਼ੋਰਟੀ ਨਾਲ ਕਿਸੇ ਕੁਝ ਵੀ ਨਹੀਂ ਕਹਿ ਸਕਦੇ ਅੱਜ ਦੀ ਡੇਟ 'ਚ। ਆਪਣੇ ਵੀ ਇੱਥੇ ਸੁਣਨ ਦੇ ਵਿੱਚ ਆ ਰਿਹਾ, ਬਹੁਤ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹ ਇਹ ਵੈਕਸੀਨ ਲਾਉਣ ਤੋਂ ਡਰਦੇ ਨੇ। ਬਿਲਕੁਲ। ਕੀ ਮਤਲਬ ਉਹਨਾਂ ਨੂੰ ਡਰਨਾ ਚਾਹੀਦਾ ਜਾਂ ਅੱਗੇ ਆਉਣਾ ਚਾਹੀਦਾ? ਲਖਵਿੰਦਰ ਜੀ ਦੇਖੋ, ਗੱਲ ਇਹ ਹੈਗੀ ਹੈ ਕਿ ਹੁਣ ਜਦੋਂ ਇੱਕ ਰਿਲੀਜਨ ਬਿਲੀਵਸ ਆ ਜਾਂਦੀਆਂ ਇਹੋ ਜਿਹੀ ਚੀਜ਼ਾਂ 'ਚ, ਤੇ ਇੱਕ ਬਹੁਤ ਵੱਡਾ ਕੰਟਰੋਵਰਸੀ ਦਾ ਪੁਆਇੰਟ ਹੋ ਜਾਂਦਾ। ਤੇ ਅਸੀਂ ਉਹਦੇ 'ਚ ਪੈਣਾ ਨਹੀਂ ਚਾਹੁੰਦੇ, ਬਟ ਇਹ ਹੈਗਾ ਕਿ ਜੋ ਮੈਂ ਸਟੱਡੀ ਕੀਤਾ ਵੈਕਸੀਨਸ, ਖਾਸ ਤੌਰ ਤੇ ਕੋਵਿਡ ਵੈਕਸੀਨ ਬਾਰੇ, ਜਦੋਂ ਉਹਨਾਂ ਨੇ ਵੈਕਸੀਨਸ ਦੀ ਟ੍ਰਾਇਲ ਸ਼ੁਰੂ ਕੀਤੀਆਂ, ਉਸ ਤੋਂ ਪਹਿਲਾਂ ਜਦੋਂ ਪ੍ਰੀ ਕਲੀਨਿਕਲ ਟ੍ਰਾਇਲ 'ਚ ਸੀਗਾ, ਜਦੋਂ ਤੇ ਰਿਸਰਚ ਕਰ ਰਹੇ ਸੀਗੇ, ਉਸ ਟਾਈਮ ਜ਼ਰੂਰ ਉਹਨਾਂ ਨੇ ਕੁਝ, ਜਿਵੇਂ ਲਾ ਲਓ ਕਿ ਡੈਡ ਫੀਟਲ ਜਿਹੜੇ ਹੁੰਦੇ ਨੇ, ਮਤਲਬ ਕਿਸੇ ਦੀ ਗਾਂ ਚੋਂ ਜਾਂ ਸੂਅਰ ਚੋਂ, ਕਿਸੇ ਜ਼ਰੂਰ ਉਹਨਾਂ ਨੇ ਸਟੱਡੀ ਉਹਦੇ ਚੋਂ ਕੀਤੀ ਸੀਗੀ। ਬਟ ਉਹਨਾਂ ਦੇ ਅਕੋਰਡਿੰਗ ਜਦੋਂ ਵੈਕਸੀਨ ਬਣੀ ਹੈ ਤਾਂ ਉਹਨਾਂ ਨੇ ਉਹ ਚੀਜ਼ਾਂ ਨਹੀਂ ਯੂਜ਼ ਕੀਤੀਆਂ ਉਹਦੇ ਵਿੱਚ। ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ, ਕਿੰਨੀ ਕੁ ਝੂਠ ਹੈ, ਜਾਂ ਕਿੰਨਾ ਕੁ ਮੈਨੀਪੂਲੇਸ਼ਨ ਹੈ, ਅਸੀਂ ਕੁਝ ਕਹਿ ਨਹੀਂ ਸਕਦੇ। ਕੀ ਇਹਦੇ ਟ੍ਰਾਇਲਸ ਨੇ ਜਿਹੜੇ ਇਕੱਲੇ ਹਿਊਮਨ ਬੋਡੀ ਦੇ ਉੱਤੇ ਕੀਤੇ ਜਾਂਦੇ ਨੇ, ਜਾਂ ਹੋਰ ਜਿਸ ਤਰ੍ਹਾਂ ਆਮ ਮੈਡੀਸਨ ਜਿਹੜੀਆਂ ਬਣਦੀਆਂ ਨੇ ਪਹਿਲਾਂ ਜਿਹੜੇ ਜਾਨਵਰਾਂ ਦੇ ਉੱਤੇ ਕੀਤੇ ਜਾਂਦੇ ਨੇ? ਨਹੀਂ, ਬਿਲਕੁਲ ਠੀਕ ਹੈ ਜੀ। ਪਹਿਲਾਂ ਜਿਹੜੇ ਹੈਗੇ ਜਾਨਵਰਾਂ ਤੇ ਹੀ ਹੁੰਦੇ ਨੇ। ਉਹੀ ਤੁਹਾਨੂੰ ਕਹਿੰਦੇ ਜਿਵੇਂ ਕਲੀਨਿਕਲ ਟ੍ਰਾਇਲਸ ਹੁੰਦੇ ਆ ਤੇ ਪ੍ਰੀ ਕਲੀਨਿਕਲ ਟ੍ਰਾਇਲਸ ਹੁੰਦੇ ਆ, ਕੁਝ ਜਾਨਵਰਾਂ ਤੇ ਵੀ ਯੂਜ਼ ਹੁੰਦੇ ਨੇ, ਉਸ ਤੋਂ ਬਾਅਦ ਹਿਊਮਨ ਬੋਡੀ 'ਚੋਂ ਟ੍ਰਾਂਸਫਰ ਹੁੰਦੇ ਨੇ। ਬਟ ਇਹ ਜਿਹੜੀ ਹੁਣ ਕੋਵਿਡ ਦੀ ਵੈਕਸੀਨ ਹੈਗੀ ਹੈ, ਕਿਉਂਕਿ ਸਾਰੇ ਜਿਹੜੇ ਕਲੀਨਿਕਲ ਟ੍ਰਾਇਲਸ ਨੇ, ਤਿੰਨੋਂ ਫੇਸ ਉਹਨਾਂ ਨੇ ਇਕੱਠੇ ਹੀ ਕਰਤੇ ਹੋਏ ਨੇ, ਤੇ ਹਰ ਇੱਕ ਦਾ ਰਿਜ਼ਲਟ ਜਿਹੜਾ ਹੈਗਾ ਡਿਫਰੈਂਟ ਸੀਗਾ। ਹਿਊਮਨਸ ਤੇ ਹੀ ਜ਼ਿਆਦਾ ਟ੍ਰਾਇਲ ਹੋਏ ਨੇ ਐਸ ਵੈਕਸੀਨ ਦੇ ਤਾਂ। ਬਿਲਕੁਲ ਜੀ। ਤੁਸੀਂ ਦੇਖ ਰਹੇ ਸੀ ਵੌਇਸ ਆਫ ਇੰਡੀਆ। ਅਸੀਂ ਹਰ ਇੱਕ ਸੈਚਰਡੇ ਅਸੀਂ ਹੈਲਥ ਰਿਲੇਟਡ ਇਸ਼ੂਜ਼ ਦੇ ਉੱਤੇ ਗੱਲਬਾਤ ਕਰਦੇ ਹਾਂ। ਤੁਸੀਂ ਸਾਡਾ YouTube ਚੈਨਲ ਲਾਈਕ ਕਰ ਸਕਦੇ ਹੋ, ਸਾਡਾ Facebook ਚੈਨਲ ਆ ਜਿਹੜਾ ਲਾਈਕ ਕਰ ਸਕਦੇ ਹੋ। ਮਿਲਦੇ ਹਾਂ ਜੀ ਅਗਲੇ ਹਫਤੇ। ਫਿਰ ਆਪਾਂ ਅਗਲੇ ਹਫਤੇ ਮਿਲਦੇ ਹਾਂ ਜੀ, ਗੱਲ ਕਰਦੇ ਹਾਂ ਕਿ ਵੈਕਸੀਨ ਜਿਹੜੀਆਂ ਹੁਣ ਸਾਡੇ ਮੈਨੀਟੋਬਾ 'ਚ ਆਈਆਂ, ਦੋ ਵੈਕਸੀਨਸ, ਕਿਹੜੀ ਬੈਟਰ ਹੈ ਤੇ ਕਿਹੜੀ ਲਵਾਉਣੀ ਚਾਹੀਦੀ ਹੈ। ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਸਕੀਏ। ਬਿਲਕੁਲ। ਤੇ ਹੋ ਸਕਿਆ ਅਸੀਂ ਕਮਿਊਨਿਟੀ ਦੀ ਹੈਲਪ ਕਰ ਸਕੀਏ। ਕੁਝ ਕਾਫੀ ਲੋਕਾਂ 'ਚ ਕਨਫਿਊਜ਼ਨ ਹੈਗੀ ਹੈ। ਬਿਲਕੁਲ ਜੀ। ਜੋ ਇਸ ਵੀਕ ਦੇ ਵਿੱਚ ਸਾਡੇ ਕੋਲ ਕੋਈ ਵੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ। ਤੁਹਾਡੇ ਸੁਝਾਅ ਹੈਗੇ ਨੇ, ਜੀ ਦੱਸੋ। ਜੀ ਬਿਲਕੁਲ। ਮਿਲਦੇ ਹਾਂ ਜੀ ਨੈਕਸਟ ਵੀਕ। ਥੈਂਕ ਯੂ।